ਹਕੂਮਤੀ ਪਾਰਟੀ ਹੈ ਕੇਂਦਰ ਦੀ, ਉਹਦਾ ਇੱਕ ਬਹੁਤ ਵੱਡਾ ਇਹ ਏਜੰਡਾ ਹੈ ਜਿਹਦੇ ਤਹਿਤ ਜਿਹੜੀਆਂ ਮਾਈਨੋਰਿਟੀਜ਼ ਹੈ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਥਰੂ ਸੋਸ਼ਲ ਮੀਡੀਆ। ਮਤਲਬ ਉਹਨਾਂ ਨੂੰ ਇੰਨਾ ਬਦਨਾਮ ਕੀਤਾ ਜਾ ਰਿਹਾ ਹੈ ਕਿ ਜਿਹੜੀ ਮੈਜੋਰਿਟੀ ਹਿੰਦੂ ਕਮਿਊਨਿਟੀ ਹੈ, ਜਿਵੇਂ ਉਹਦੇ ਮਨ ਵਿੱਚ ਪੈਦਾ ਕੀਤੀ ਜਾ ਰਹੀ ਹੈ ਨਫ਼ਰਤ ਕਿ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹ ਦੇਸ਼ ਲਈ ਖਤਰਾ ਹੈ, ਉਹ ਹਿੰਦੁਸਤਾਨ ਵਿਰੋਧੀ ਹੈ, ਉਹ ਪਾਕਿਸਤਾਨ ਦਾ ਹਿਮਾਇਤੀ ਹੈ। 20 ਸਾਲ ਜਿਹੜੇ ਸਾਡੀ ਮੇਰੇ ਵਰਗੀ ਜਨਰੇਸ਼ਨ ਦੇ ਉਮਰ ਦੇ ਸਭ ਤੋਂ ਅੱਛੇ ਸਾਲ ਮੰਨੇ ਜਾਣੇ ਚਾਹੀਦੇ ਹਨ। ਅਸੀਂ ਇੱਕ ਲਹੂ ਭਿੱਜਿਆ ਆਪਣਾ ਸੂਬਾ ਦੇਖਿਆ ਸੀ ਜਦੋਂ ਰੋਜ਼ਾਨਾ ਇੱਥੇ ਕਤਲੋ ਗਾਰਤ ਹੋ ਰਹੀ ਸੀ, ਜਦੋਂ ਸਾਡਾ ਸਭ ਤੋਂ ਮੁਕੱਦਸ ਜਿਹੜਾ ਸੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ। ਉਹਦੇ ਵਿੱਚ ਪੋਲੀਟਿਕਸ ਜੋ ਵੀ ਸੀ, ਕਿਸੇ ਵੀ ਪੰਜਾਬੀ ਨੂੰ ਉਸ 20 ਸਾਲ ਦੀਆਂ ਜਿਹੜਾ ਘਟਨਾਕ੍ਰਮ ਸੀ ਉਹਦਾ ਫਾਇਦਾ ਨਹੀਂ ਹੋਇਆ, ਪੂਰੇ ਸੂਬੇ ਨੂੰ ਨੁਕਸਾਨ ਹੋਇਆ। ਭੁੱਖਮਰੀ ਦੇ ਇੰਡੈਕਸ ਵਿੱਚ ਰਿਲੀਜ਼ ਹੋਇਆ, ਅਸੀਂ 107ਵੇਂ ਨੰਬਰ 'ਤੇ ਹਾਂ, ਜੋ ਕਿ ਨਹਾਇਤ ਅਫਸੋਸ ਦੀ ਗੱਲ ਹੈ ਜਦੋਂ ਕਿ ਇੰਨੀ ਜ਼ਰਖੇਜ਼ ਸਾਡੀ ਜ਼ਮੀਨ ਹੈ। ਅਸੀਂ ਬਹੁਤ ਲੰਬਾ ਕਿਸਾਨੀ ਸੰਘਰਸ਼ ਦੇਖਿਆ ਜਦੋਂ ਕਿ ਸਾਫ਼ ਤੌਰ 'ਤੇ ਹਕੂਮਤੀ ਪਾਰਟੀ ਦਾ ਖਿਆਲ ਸੀਗਾ ਕਿ ਬਈ ਜਿਹੜਾ ਛੋਟੀ ਕਿਸਾਨੀ ਹੈ ਉਹਦੀ ਕੋਈ ਲੋੜ ਨਹੀਂ ਹੈ, ਕਾਰਪੋਰੇਟ ਐਗਰੀਕਲਚਰ ਦਾ ਮਾਡਲ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਾਡੇ ਬੜੇ ਸਾਰੇ ਹੱਲੇ ਹੈ ਜਿਨ੍ਹਾਂ ਦਾ ਸਾਨੂੰ ਮੁਕਾਬਲਾ ਕਰਨਾ ਪਏਗਾ। ਇਸ ਤੋਂ ਇਲਾਵਾ ਜਿਹੜਾ ਸਾਡਾ ਫੋਕਸ ਹੋਣਾ ਚਾਹੀਦਾ ਹੈ ਉਹ ਆਪਣੀ ਵਧੀਆ ਐਜੂਕੇਸ਼ਨ 'ਤੇ ਆਪਣੇ ਬੱਚਿਆਂ ਦੀ 'ਤੇ ਹੋਣਾ ਚਾਹੀਦਾ ਹੈ ਕਿ ਤਾਂ ਕਿ ਉਹ ਇੰਟਰਨੈਸ਼ਨਲ ਮਾਰਕੀਟ ਵਿੱਚ ਕੋਈ ਵਧੀਆ ਨੌਕਰੀਆਂ ਕਰਨ ਦੇ ਕਾਬਿਲ ਹੋ ਜਾਣ। ਪੰਜਾਬ ਜਿਹੜਾ ਹੈ ਉਸ ਪੂਰੇ ਦੇਸ਼ ਦਾ ਇੱਕ ਹਿੱਸਾ ਹੈ ਅਤੇ ਇਸ ਵਕਤ ਜਿਹੜੀ ਸਭ ਤੋਂ ਵੱਧ ਚੁਣੌਤੀਆਂ ਜਿਹੜੀਆਂ ਸਾਨੂੰ ਸਾਹਮਣੇ ਆ ਰਹੀਆਂ ਉਹ ਜਿਹੜੀ ਸੈਂਟਰ ਦੀ ਭਰਾ ਮਾਰੂ ਹਿੰਦੂਤਵਾ ਨੂੰ ਉੱਪਰ ਲਿਆਉਣ ਦੀ ਅਤੇ ਐਂਟੀ ਮੁਸਲਿਮ ਜਿਹੜੀਆਂ ਪਾਲਿਸੀਆਂ ਚੱਲ ਰਹੀਆਂ, ਮੈਂ ਉਹਦੀ ਗੱਲ ਕਰ ਰਹੀ ਹਾਂ। ਖੇਤੀ ਕਾਨੂੰਨ ਵੀ ਕੇਂਦਰ ਲੈ ਕੇ ਆਇਆ, ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ, ਰਾਜਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਦੇਣ ਦੀ ਅਤੇ ਪਾਲਿਸੀ ਬਣਾਉਣ ਦੀ, ਜਿਹਦੇ ਵਿੱਚ ਉਹਦਾ ਧਿਆਨ ਉਸ ਵਕਤ ਵੱਲ ਤਾਂ ਬਿਲਕੁਲ ਵੀ ਨਹੀਂ ਹੈ। ਜਿਹੜੇ ਅੱਛੇ ਦਿਨ ਸਾਨੂੰ ਪ੍ਰੋਮਿਸ ਕੀਤੇ ਗਏ ਸੀ, ਅਸੀਂ ਤਾਂ ਭਰਾ ਮਾਰੂ ਜਿਹੜੀ ਲੜਾਈ ਹੈ ਉਹਦੇ ਵਿੱਚ ਝੋਕੇ ਜਾ ਰਹੇ ਹਾਂ ਅਤੇ ਤੁਸੀਂ ਛੋਟੀ ਉਮਰ ਦੇ ਹੋ, ਮੈਂ ਵੱਡੀ ਉਮਰ ਦੀ ਹਾਂ, ਇਸ ਕਰਕੇ ਸਾਨੂੰ ਪਤਾ ਹੈ ਕਿ ਪੰਜਾਬ ਨੇ ਜਿਹੜੀ ਤਰਾਸਦੀ 20 ਸਾਲ ਚੱਲੀ ਸੀ ਉਹ ਵੀ ਪੰਜਾਬ ਦੀ ਦੇਣ ਨਹੀਂ ਸੀ, ਉਹ ਵੀ ਸਾਡੇ ਤੇ ਬਾਹਰੋਂ ਸੈਂਟਰ ਵੱਲੋਂ ਥੋਪੀ ਗਈ ਸੀ। ਸਿੱਖ ਤੇ ਈਸਾਈ ਕਦੋਂ ਲੜੇ ਹੈ? ਪੰਜਾਬੀ ਕਿਹੜਾ ਪੰਜਾਬੀ ਕਿਸੇ ਹਿੰਦੂ ਨਾਲ ਲੜਨਾ ਚਾਹੁੰਦਾ? ਹਿੰਦੂ ਜਾਂ ਸਿੱਖ ਨਹੀਂ ਲੜਦੇ। ਇਹ ਸਾਡੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਉਹਦਾ ਅਸੀਂ ਸ਼ਿਕਾਰ ਹੁੰਦੇ ਹਾਂ, ਕਿਉਂਕਿ ਪੰਜਾਬ ਹਮੇਸ਼ਾ ਅੱਗੇ ਵੱਧ ਕੇ ਇਹਦਾ ਪ੍ਰਚਾਰ ਕੌਣ ਕਰਦਾ? ਪ੍ਰਚਾਰ ਤੇ ਦੇਖੋ ਫਿਰ ਹੋ ਜਾਂਦਾ, ਪ੍ਰਚਾਰ ਤੇ ਫਿਰ ਅਸੀਂ ਹੀ ਕਰਨ ਲੱਗ ਪੈਂਦੇ ਹਾਂ ਜਦੋਂ ਸਾਡੀ ਸੋਚ ਦੇ ਉੱਤੇ ਦੂਸਰੀ ਸੋਚ ਹਾਵੀ ਹੋ ਜਾਂਦੀ ਹੈ, ਜਦੋਂ ਸਾਰਾ ਮੀਡੀਆ ਹਰ ਕੋਈ YouTube ਫਲਾਣਾ ਸਾਡੀ ਸੋਚ ਨੂੰ ਪ੍ਰਭਾਵਿਤ ਕਰ ਦਿੰਦੇ ਆ ਅਤੇ ਸਾਡੀ ਸੋਚ ਜਦੋਂ ਪ੍ਰਭਾਵਿਤ ਹੋ ਜਾਂਦੀ ਹੈ ਫਿਰ ਪ੍ਰਚਾਰ ਵੀ ਅਸੀਂ ਆਪ ਹੀ ਕਰਦੇ ਹਾਂ। ਪੂਰੇ ਪੰਜਾਬ ਭਰ ਵਿੱਚ ਸਮਾਜਿਕ ਮਸਲਿਆਂ ਨੂੰ ਲੈ ਕੇ ਪਿੰਡਾਂ ਵਿੱਚ ਨਾਟਕ ਕਰਨ ਵਾਲੇ ਭਾਈ ਗੁਰਸ਼ਰਨ ਸਿੰਘ, ਭਾਈ ਮੰਨਾ ਸਿੰਘ ਨਾਲ ਜਿਹਨੂੰ ਸਾਰੇ ਲੋਕ ਜਾਣਦੇ ਹਨ, ਉਹਨਾਂ ਦੇ ਸਪੁੱਤਰੀ ਜਿਹੜੇ ਨੇ ਉਹ ਅੱਜ ਡਾਕਟਰ ਅਰੀਤ ਸਾਡੇ ਨਾਲ ਮੌਜੂਦ ਹਨ, ਜੋ ਕਿ ਅੰਮ੍ਰਿਤਸਰ ਅੱਜ ਪਹੁੰਚੇ ਹਨ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਪਿਤਾ ਜੀ ਦੀ ਲੈਗੇਸੀ ਜਿਹੜੀ ਹੈ ਉਹਨੂੰ ਕਿਸ ਤਰ੍ਹਾਂ ਅੱਗੇ ਵਧਾ ਰਹੇ ਹਨ, ਸਮਾਜਿਕ ਮੁੱਦਿਆਂ ਨੂੰ ਕਿਸ ਤਰ੍ਹਾਂ ਚੁੱਕ ਰਹੇ ਹਨ ਅਤੇ ਇਸ ਵੇਲੇ ਜਿਹੜਾ ਸਮਾਜ ਹੈ ਖਾਸ ਕਰਕੇ ਪੰਜਾਬ ਹੈ ਉਹ ਕਿਸ ਹਾਲਾਤਾਂ 'ਚੋਂ ਲੰਘ ਰਿਹਾ ਹੈ ਅਤੇ ਉਸ ਬਾਰੇ ਉਹਨਾਂ ਦੇ ਕੀ ਵਿਚਾਰ ਹਨ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਮਿਹਰਬਾਨੀ ਜੀ, ਸ਼ੁਕਰੀਆ। ਅੱਜ ਮੈਮ ਥੋੜ੍ਹਾ ਜਿਹਾ ਆਪਣਾ ਇੰਟਰੋਡਕਸ਼ਨ ਦੇ ਕੇ ਕਿੱਥੇ ਆਏ ਹੋ ਤੁਸੀਂ ਔਰ ਕਿਸ ਤਰ੍ਹਾਂ ਜਿਹੜਾ ਇੱਥੇ ਕੀ ਤੁਸੀਂ ਸੋਚਦੇ ਹੋ ਇਸ ਵੇਲੇ ਜੋ ਹਾਲਾਤ ਜਿਹੜੇ ਚੱਲ ਰਹੇ ਨੇ ਕਿਸ ਤਰ੍ਹਾਂ ਦੇ ਪੰਜਾਬ ਦੇ ਇਸ ਵੇਲੇ ਕਿਸ ਤਰ੍ਹਾਂ ਦੇਖਦੇ ਹੋ? ਅੱਜ ਮੈਂ ਮੋਹਾਲੀ ਤੋਂ ਆਈ ਹਾਂ। CPI ML ਲਿਬਰੇਸ਼ਨ ਦਾ ਇੱਥੇ ਇਜਲਾਸ ਚੱਲ ਰਿਹਾ ਸੂਬਾਈ, ਉਹਦੇ ਵਿੱਚ ਉਹਨਾਂ ਨੇ ਮੈਨੂੰ ਬੁਲਾਇਆ ਸੀ ਅਤੇ ਮੈਂ ਬਤੌਰ ਪਾਜੀ ਗੁਰਸ਼ਰਨ ਸਿੰਘ ਆਪਣੇ ਪਿਤਾ ਦੀ ਜੋ ਵੀ ਸੋਚ ਸੀ ਉਹਨੂੰ ਰਿਪਰੈਜ਼ੈਂਟ ਕਰ ਰਹੀ ਹਾਂ, ਉਹਨੂੰ ਅੱਗੇ ਲਿਜਾ ਰਹੀ ਹਾਂ ਅਤੇ ਜੋ ਸਾਡੇ ਹਾਲਾਤ ਜਦੋਂ ਉਹ ਜ਼ਿੰਦਾ ਸੀ ਅਤੇ ਜੋ ਅੱਜ ਹੈ, ਅੱਜ ਮੇਰੇ ਹਿਸਾਬ ਨਾਲ ਅੱਜ ਦੇਸ਼ ਵਿੱਚ ਬਹੁਤ ਖਤਰਨਾਕ ਹਾਲਾਤ ਨੇ, ਜਦੋਂ ਫਿਰਕਾ ਪ੍ਰਸਤੀ ਦੀ ਜਿਹੜੀ ਨਫ਼ਰਤੀ ਅੱਗ ਹੈ ਉਹ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ ਅਤੇ ਜਿਹੜੀ ਹਕੂਮਤੀ ਪਾਰਟੀ ਹੈ ਕੇਂਦਰ ਦੀ, ਉਹਦਾ ਇੱਕ ਬਹੁਤ ਵੱਡਾ ਇਹ ਏਜੰਡਾ ਹੈ ਜਿਹਦੇ ਤਹਿਤ ਜਿਹੜੀਆਂ ਮਾਈਨੋਰਿਟੀਜ਼ ਹੈ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਥਰੂ ਸੋਸ਼ਲ ਮੀਡੀਆ। ਮਤਲਬ ਉਹਨਾਂ ਨੂੰ ਇੰਨਾ ਬਦਨਾਮ ਕੀਤਾ ਜਾ ਰਿਹਾ ਹੈ ਕਿ ਜਿਹੜੀ ਮੈਜੋਰਿਟੀ ਹਿੰਦੂ ਕਮਿਊਨਿਟੀ ਹੈ, ਜਿਵੇਂ ਉਹਦੇ ਮਨ ਵਿੱਚ ਪੈਦਾ ਕੀਤੀ ਜਾ ਰਹੀ ਹੈ ਨਫ਼ਰਤ ਕਿ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹ ਦੇਸ਼ ਲਈ ਖਤਰਾ ਹੈ, ਉਹ
ਹਿੰਦੁਸਤਾਨ ਵਿਰੋਧੀ ਹੈ, ਉਹ ਪਾਕਿਸਤਾਨ ਦਾ ਹਿਮਾਇਤੀ ਹੈ ਜਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ। ਤੇ ਜਿਸ ਤਰ੍ਹਾਂ ਅਸੀਂ ਪਿਛਲੇ ਸਮਿਆਂ ਵਿੱਚ ਦੇਖਿਆ ਕਿ ਜਦੋਂ ਕੋਈ ਐਜੀਟੇਸ਼ਨਸ ਹੋਈਆਂ NTCA ਜਾਂ ਹੁਣ ਵੀ, ਤਾਂ ਜਿਸ ਤਰ੍ਹਾਂ ਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ, ਜੋ ਬਕਾਇਦਾ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ, ਜੋ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਸੀ, ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹੈ। ਉਹ ਸੰਵਿਧਾਨ ਪੂਰੇ ਦੇਸ਼ ਵਾਸੀਆਂ ਨੂੰ ਇੱਕ ਨਜ਼ਰ ਨਾਲ ਦੇਖਣ ਦਾ ਉਹਦਾ ਬੇਸਿਕ ਜਿਹੜਾ ਹੈਗਾ ਉਹ ਹੀ ਤੋੜਿਆ ਪੰਨਿਆ ਜਾ ਰਿਹਾ ਹੈ। ਤੇ ਉਸ ਤੋਂ ਇਲਾਵਾ ਜਿਹਦੇ ਕਰਕੇ ਮੈਨੂੰ ਬਹੁਤ ਵੱਡੀ ਚਿੰਤਾ ਇਸ ਵਕਤ ਪੰਜਾਬ ਵਿੱਚ ਵੀ ਹੈ, ਕਿਉਂਕਿ ਪੰਜਾਬ ਵਿੱਚ ਅਸੀਂ ਆਪਣੀ ਦੇਖਿਆ ਸੀ 80 90 ਦਾ ਦੌਰ, 20 ਸਾਲ ਜਿਹੜੇ ਸਾਡੀ ਮੇਰੇ ਵਰਗੀ ਜਨਰੇਸ਼ਨ ਦੇ ਉਮਰ ਦੇ ਸਭ ਤੋਂ ਅੱਛੇ ਸਾਲ ਮੰਨੇ ਜਾਣੇ ਚਾਹੀਦੇ ਹਨ। ਅਸੀਂ ਇੱਕ ਲਹੂ ਭਿੱਜਿਆ ਆਪਣਾ ਸੂਬਾ ਦੇਖਿਆ ਸੀ, ਜਦੋਂ ਰੋਜ਼ਾਨਾ ਇੱਥੇ ਕਤਲੋ ਗਾਰਤ ਹੋ ਰਹੀ ਸੀ, ਜਦੋਂ ਸਾਡਾ ਸਭ ਤੋਂ ਮੁਕੱਦਸ ਜਿਹੜਾ ਸੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ। ਉਹਦੇ ਵਿੱਚ ਪੋਲੀਟਿਕਸ ਜੋ ਵੀ ਸੀ, ਕਿਸੇ ਵੀ ਪੰਜਾਬੀ ਨੂੰ ਉਸ 20 ਸਾਲ ਦੀਆਂ ਜਿਹੜਾ ਘਟਨਾਕ੍ਰਮ ਸੀ ਉਹਦਾ ਫਾਇਦਾ ਨਹੀਂ ਹੋਇਆ। ਪੂਰੇ ਸੂਬੇ ਨੂੰ ਨੁਕਸਾਨ ਹੋਇਆ, ਸਾਡੀਆਂ ਜਾਨਾਂ ਗਈਆਂ ਤੇ ਸਾਡਾ ਸੂਬਾ ਬਿਲਕੁਲ ਥੱਲੇ ਚਲਾ ਗਿਆ। ਸਾਡਾ ਜਿਹੜਾ ਸਿੱਖਿਆ ਸੀ ਉਹ ਤਹਿਸ ਨਹਿਸ ਹੋ ਗਈ, ਸਾਡਾ ਸਿਹਤ ਦਾ ਤਾਣਾ ਬਾਣਾ ਤਹਿਸ ਨਹਿਸ ਹੋ ਗਿਆ, ਸਾਡੀ ਸਾਰੀ ਇੰਡਸਟਰੀ ਜਿਹੜੀ ਪੰਜਾਬ ਵਿੱਚ ਲੱਗੀ ਸੀ ਇੱਥੋਂ ਉੱਠ ਗਈ ਤੇ ਪੰਜਾਬ ਕਰਜ਼ਈ ਹੋ ਗਿਆ। ਜਿਹੜੀਆਂ ਸੈਂਟਰਲ ਫੌਜਾਂ ਇੱਥੇ ਰਹੀਆਂ 20 ਸਾਲ ਜਾਂ CRPF ਜਾਂ BSF ਰਹੇ, ਉਹਨਾਂ ਦਾ ਜਿਹੜਾ ਬੋਝ ਸੀ ਉਹ ਵੀ ਸੂਬੇ ਦੇ ਉੱਤੇ ਪਿਆ, ਜਿਹਦਾ ਕਰਜ਼ਾ ਅਜੇ ਤੱਕ ਚੱਲ ਰਿਹਾ ਹੈ। ਸੋ ਜਿਹੜੀ ਭਰਾ ਮਾਰ ਲੜਾਈ ਅਸੀਂ ਝੱਲੀ ਸੀ, ਸ਼ਾਇਦ ਉਹਦੀ ਯਾਦ ਭੁੱਲ ਗਈ ਹੈ ਜਿਹੜੀ ਨਵੀਂ ਜਨਰੇਸ਼ਨ ਨੂੰ, ਕਿ ਦੁਬਾਰਾ ਉਸ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਕਮਿਊਨਿਟੀ ਦੇ ਵਿੱਚ ਅੱਜ ਕੱਲ੍ਹ ਸਮਾਜ ਦੇ ਵਿੱਚ ਬੜਾ ਅਜੀਬ ਜਿਹਾ ਆ ਰਿਹਾ, ਕੁਝ ਮੈਸੇਜ ਆ ਰਿਹਾ, ਕੁਝ ਕਹਿੰਦੇ ਜੀ IAS IPS ਸਾਨੂੰ ਜਿਹੜੀ ਹੈਗੀਆਂ ਉਹ ਜਿਹੜੀਆਂ ਕੰਮ ਕਰਨੇ ਚਾਹੀਦੇ ਨੇ, ਉਹੋ ਜਿਹੀ ਅਕੈਡਮੀਜ਼ ਖੋਲ੍ਹਣੀਆਂ ਚਾਹੀਦੀਆਂ, ਉਹਨਾਂ ਨੂੰ ਤਾਲੀਮ ਦੇਣੀ ਚਾਹੀਦੀ ਹੈ ਬੱਚਿਆਂ ਨੂੰ। ਕੋਈ ਕਹਿੰਦੇ ਜੀ ਸਾਨੂੰ ਸਿਰ ਦੀ ਲੋੜ ਹੈਗੀ ਹੈ। ਮਤਲਬ ਉਹ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਸਿਨੈਰੀਓ ਇਸ ਲਈ ਕਿਸ ਤਰ੍ਹਾਂ ਚੱਲ ਰਿਹਾ? ਕਿਸਾਨੀ ਵੀ ਹੈ, ਇਹੋ ਜਿਹੇ ਮੈਸੇजेस ਵੀ ਹੈ, ਇਹੋ ਜਿਹੇ ਲੀਡਰਸ ਵੀ ਹੈ, ਉਹ ਦੇਖੋ ਜਿਹੜੇ ਮਸਲੇ ਹੈ, ਜਿਹੜੇ ਸਾਡੇ ਵੱਡੇ ਮਸਲੇ ਹੈ, ਉਹ ਪੰਜਾਬ ਦਾ ਵੀ ਹੈ ਤੇ ਪੂਰੇ ਦੇਸ਼ ਦਾ ਵੀ ਹੈ। ਅਸੀਂ ਬਹੁਤ ਜਿਸ ਤਰ੍ਹਾਂ ਭੁੱਖਮਰੀ ਦੇ ਇੰਡੈਕਸ ਵਿੱਚ ਰਿਲੀਜ਼ ਹੋਏ ਹਾਂ, ਅਸੀਂ 107ਵੇਂ ਨੰਬਰ 'ਤੇ ਹਾਂ, ਜੋ ਕਿ ਨਹਾਇਤ ਅਫਸੋਸ ਦੀ ਗੱਲ ਹੈ ਜਦੋਂ ਕਿ ਇੰਨੀ ਜ਼ਰਖੇਜ਼ ਸਾਡੀ ਜ਼ਮੀਨ ਹੈ। ਅਸੀਂ ਬਹੁਤ ਲੰਬਾ ਕਿਸਾਨੀ ਸੰਘਰਸ਼ ਦੇਖਿਆ, ਜਦੋਂ ਕਿ ਸਾਫ਼ ਤੌਰ 'ਤੇ ਹਕੂਮਤੀ ਪਾਰਟੀ ਦਾ ਖਿਆਲ ਸੀਗਾ ਕਿ ਬਈ ਜਿਹੜਾ ਛੋਟੀ ਕਿਸਾਨੀ ਹੈ ਉਹਦੀ ਕੋਈ ਲੋੜ ਨਹੀਂ ਹੈ, ਕਾਰਪੋਰੇਟ ਐਗਰੀਕਲਚਰ ਦਾ ਮਾਡਲ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੇ ਸਾਡੇ ਬੜੇ ਸਾਰੇ ਹੱਲੇ ਹੈ ਜਿਨ੍ਹਾਂ ਦਾ ਸਾਨੂੰ ਮੁਕਾਬਲਾ ਕਰਨਾ ਪਏਗਾ। ਇਸ ਤੋਂ ਇਲਾਵਾ ਜਿਹੜਾ ਸਾਡਾ ਫੋਕਸ ਹੋਣਾ ਚਾਹੀਦਾ ਹੈ ਉਹ ਆਪਣੀ ਵਧੀਆ ਐਜੂਕੇਸ਼ਨ ਤੇ ਆਪਣੇ ਬੱਚਿਆਂ ਦੀ ਤੇ ਹੋਣਾ ਚਾਹੀਦਾ ਹੈ, ਕਿ ਤਾਂ ਕਿ ਉਹ ਇੰਟਰਨੈਸ਼ਨਲ ਮਾਰਕੀਟ ਵਿੱਚ ਕੋਈ ਵਧੀਆ ਨੌਕਰੀਆਂ ਕਰਨ ਦੇ ਕਾਬਿਲ ਹੋ ਜਾਣ। ਪਰ ਹੁਣ ਇਸ ਵੇਲੇ ਹਾਲਾਤ ਇਹ ਕਿਸ ਤਰ੍ਹਾਂ ਹੋ ਸਕਦੇ ਹੋ? ਇੱਕ ਤਾਂ ਪਹਿਲੀ ਗੱਲ ਹੈ ਕਿ ਆਪਣੀ ਐਜੂਕੇਸ਼ਨ ਨਹੀਂ ਇੰਨੀ ਪੂਅਰ ਹੈ। ਹੁਣ ਕਿੰਨੇ ਕੁ ਬੰਦੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਪ੍ਰਾਈਵੇਟ ਸਕੂਲਾਂ 'ਚ ਪਾ ਸਕਦੇ ਹੈ। ਹਾਲਾਂਕਿ ਮੈਂ ਕਹਾਂਗੀ ਕਿ ਪਿਛਲੇ ਕੁਝ ਸਮਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਔਰ ਸਰਕਾਰੀ ਹਸਪਤਾਲਾਂ ਨੇ ਵੀ ਆਪਣੇ ਸਟੈਂਡਰਡ ਜਿਹੜੇ ਵਧਾਉਣ ਦੀ ਕਾਫੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਇਸ ਦਿਸ਼ਾ ਵਿੱਚ ਜੋ ਅਜੇ ਤੱਕ ਨਹੀਂ ਅਚੀਵ ਕਰ ਪਾਏ, ਸਾਨੂੰ ਉਹ ਕਰਨਾ ਪਏਗਾ। ਸਾਨੂੰ ਪਬਲਿਕ ਮਤਲਬ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਉਹ ਹੀ ਸਟਰੋਂਗ ਕਰਨੇ ਪੈਣਗੇ, ਕਿਉਂਕਿ ਅਸੀਂ ਲੋਕਾਂ ਦੀ ਜਿਹੜੀ ਇਨਕਮ ਹੈ ਉਹਨੂੰ ਇੱਕਦਮ ਵਧਾਉਣ ਦਾ ਕੋਈ ਸਾਨੂੰ ਨਜ਼ਰ ਨਹੀਂ ਆ ਰਿਹਾ। ਤੇ ਜੇ ਅੱਛੇ ਸਕੂਲ ਹੋਣਗੇ ਤਦ ਹੀ ਤੇ ਅੱਛੇ ਐਜੂਕੇਸ਼ਨ ਹੋਏਗੀ। ਜਿਸ ਤਰ੍ਹਾਂ ਕਿ ਮੈਂ ਕਹਾਂਗੀ ਕਿ ਜਿਹੜੇ ਯੂਰਪ ਦੇ ਦੇਸ਼ ਹੈ, ਜਿਵੇਂ ਕਿ ਨਾਰਵੇ, ਸਵੀਡਨ ਵਿੱਚ ਤੇਲ ਨਿਕਲਿਆ, ਉਹਨਾਂ ਦੇ ਕੋਲ ਅੱਜ ਤੋਂ 60 ਸਾਲ ਪਹਿਲੇ ਤੇਲ ਨਿਕਲਿਆ ਤੇ ਉਹਨਾਂ ਨੇ ਪਰ 20 ਸਾਲ ਪਹਿਲੇ ਇਹ ਸੋਚਿਆ ਕਿ ਤੇਲ ਤਾਂ ਇੱਕ ਦਿਨ ਖਤਮ ਹੋ ਜਾਏਗਾ, ਉਸ ਤੋਂ ਬਾਅਦ ਸਾਡੇ ਕੋਲ ਕੀ ਹੋਏਗਾ, ਸਾਡੀ ਕਪੈਸਿਟੀ ਕੀ ਹੋਏਗੀ, ਬੈਂਕ ਬੈਲੈਂਸ ਕੀ ਹੋਏਗਾ ਜਿਹਦੇ ਤੋਂ ਅਸੀਂ ਦੇਸ਼ ਚਲਾਵਾਂਗੇ। ਤੇ ਉਹਨਾਂ ਨੇ ਕਿਹਾ ਐਜੂਕੇਸ਼ਨ ਹੋਏਗੀ। ਉਹ ਆਪਣੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੰਦੇ ਆ ਤੇ ਜਿਹੜਾ ਕੋਈ ਬੱਚਾ ਜਿਵੇਂ ਡਾਕਟਰੀ ਦੀ ਪੜ੍ਹਾਈ ਜਾਂ ਜਿਹੜੀਆਂ ਔਖੀਆਂ ਪੜ੍ਹਾਈਆਂ, ਇੰਜੀਨੀਅਰਿੰਗ, ਈਵਨ ਨਰਸਿੰਗ, ਫਿਜ਼ੀਓਥੈਰੇਪੀ ਇਹ ਕਰਨਾ ਚਾਹੁੰਦੇ ਹੈ, ਉਹਨਾਂ ਨੂੰ ਸਰਕਾਰ ਪੈਸੇ ਦਿੰਦੀ ਹੈ, ਸਕਾਲਰਸ਼ਿਪ ਦਿੰਦੀ ਹੈ ਕਿ ਆਓ ਪੜ੍ਹੋ ਤਾਂ ਕਿ ਸਾਡੇ ਬੱਚੇ ਜਿਹੜੇ। ਬਟ ਇੱਥੇ ਤੇ ਇੰਨਾ ਕੁ ਆਬਾਦੀ ਹੈਗੀ ਹੈ ਕਿ ਉਹ ਚੀਜ਼ ਪੋਸੀਬਲ ਹੀ ਨਹੀਂ ਹੋ ਪਾ ਰਹੀ। ਇੱਥੇ ਤੁਸੀਂ ਦੇਖ ਰਹੇ ਹੋ ਅੱਜ ਵੀ ਇੱਕ ਜਿਹੜਾ ਮਿਨਿਸਟਰ ਹੈ, ਸਾਬਕਾ ਮਿਨਿਸਟਰ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਰਪਸ਼ਨ ਦੇ ਮਾਮਲੇ ਵਿੱਚ। ਕੁਝ ਲੋਕ ਜਿਹੜੇ ਆ ਡਰਦੇ ਮਾਰੇ ਕਿਸੇ ਵੱਡੀ ਪਾਰਟੀ ਵਿੱਚ ਸ਼ਾਮਲ ਹੋਈ ਜਾ ਰਹੇ ਨੇ, ਕਈਆਂ ਨੂੰ ਡਰਾ ਕੇ ਕੀਤਾ ਜਾ ਰਿਹਾ, ਕਈਆਂ ਨੂੰ ਕਿਹਾ ED ਦਾ ਜਿਹੜਾ ਭੂਤ ਦਿਖਾਇਆ ਜਾ ਰਿਹਾ। ਕਿਸ ਤਰ੍ਹਾਂ ਸੋਚਦੇ ਹੋ ਸਾਰਿਆਂ ਨੂੰ ਕਿ ਸੁਧਾਰ ਕਿਸ ਤਰ੍ਹਾਂ ਹੋਏਗਾ? ਲੋਕ ਵਿਸ਼ਵਾਸ ਕਿਸ ਤੇ ਕਰਨਗੇ ਔਰ ਵਾਕਈ 'ਚ ਸੁਧਾਰ ਕੌਣ ਕਰ ਸਕਦਾ? ਸੁਧਾਰ ਤੇ ਦੇਖੋ ਸਰਕਾਰਾਂ ਹੀ ਕਰ ਸਕਦੀਆਂ ਨਾ, ਜਿਨ੍ਹਾਂ ਨੂੰ ਅਸੀਂ ਚੁਣਿਆ ਹੈ ਉਹੀ ਸੁਧਾਰ ਲਿਆਉਣਗੀਆਂ, ਉਹੀ ਸੁਧਾਰਾਂ ਵਾਸਤੇ ਪਾਲਿਸੀ
ਲਿਆਉਣਗੀਆਂ, ਪਰ ਉਹ ਸੁਧਾਰ ਕਰਨ ਵਿੱਚ ਤਾਂ ਇੰਟਰਸਟਿਡ ਨਹੀਂ ਹੈ। ਉਹ ਤਾਂ ਇਸ ਚੀਜ਼ ਵਿੱਚ ਇੰਟਰਸਟਿਡ ਹੈ ਕਿਸ ਤਰ੍ਹਾਂ ਸਾਡਾ ਜਿਹੜਾ ਰਾਜ ਪਾਟ ਹੈ ਉਹ ਅਣਮਿੱਥੇ ਸਮੇਂ ਲਈ ਜਾਰੀ ਰਹੇ। ਉਹ ਕਿਸ ਤਰ੍ਹਾਂ ਬਣਿਆ ਰਹੇਗਾ ਕਿ ਤੁਸੀਂ ਕੁਝ ਧਨ ਕੁਬੇਰਾਂ ਨੂੰ ਦੇਸ਼ ਦੇ ਸਾਰੇ ਖਜ਼ਾਨੇ ਲੁਟਾ ਦਿੱਤੇ ਹੈ, ਤੇ ਉਹਦੇ ਬਦਲੇ ਵਿੱਚ ਉਹ ਜੋ ਤੁਹਾਨੂੰ 1000 ਕਰੋੜ ਜਿਵੇਂ ਇਲੈਕਸ਼ਨ ਬੌਂਡ ਹੈ ਜਾਂ ਕੁਛ ਹੈ, ਹਜ਼ਾਰਾਂ ਕਰੋੜ ਰੁਪਏ ਦਾ ਜਿਹੜੀਆਂ ਰੂਲਿੰਗ ਪਾਰਟੀ ਦੇ ਕੋਲ ਧਨ ਹੈ, ਜਿਸ ਧਨ ਨਾਲ ਉਹ ਬੰਦਿਆਂ ਨੂੰ ਖਰੀਦ ਲੈਣਗੀਆਂ, MLA MP ਖਰੀਦ ਲੈਣਗੀਆਂ, ਚੁਣੀਆਂ ਹੋਈਆਂ ਸਰਕਾਰਾਂ ਢਾਹ ਦੇਣਗੀਆਂ, ਤੇ ਜਿਹੜੀ ਉਹਨਾਂ ਦੀ ਇਲੈਕਸ਼ਨ ਕੈਂਪੇਨਿੰਗ ਹੋਏਗੀ ਉਹਦਾ ਮੁਕਾਬਲਾ ਕੋਈ ਵੀ ਆਪੋਜੀਸ਼ਨ ਪਾਰਟੀ ਨਹੀਂ ਕਰ ਪਾਏਗੀ। ਆਪੋਜੀਸ਼ਨ ਵਾਲੇ ਵੀ ਕਿਉਂਕਿ ਉਹਨਾਂ ਦੇ ਕਰਪਟ ਫੜ ਲਓ, ਪਰ ਜਿਹੜੇ ਰੂਲਿੰਗ ਪਾਰਟੀ ਦੇ ਵੀ ਤੇ ਕਰਪਟ ਨੇ, ਉਹਨਾਂ ਨੂੰ ਕੋਈ ਨਹੀਂ ਫੜ ਰਿਹਾ। ਸੋ ਪਰ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲੇ ਉਹ ਦਿਖਾਇਆ ਤੇ ਸੀ ਕਿ ਪੜਿਆ, ਪਰ ਉਹਦੇ ਵਿੱਚ ਕੁਝ ਨਿਕਲਿਆ ਨਹੀਂ। ਜਿਸ ਡਾਕਟਰ ਸਿੰਗਲਾ ਨੂੰ ਉਹਨਾਂ ਨੇ ਅਰੈਸਟ ਕੀਤਾ, ਲੇਕਿਨ ਮਤਲਬ ਉਹ 'ਚ ਕੁਝ ਵੀ ਨਹੀਂ, ਕੋਈ ਐਵੀਡੈਂਸ ਨਹੀਂ, ਕੋਈ ਕੁਝ ਨਹੀਂ। ਦੇਖੋ ਮੈਂ ਇਸ ਵਕਤ ਨਾ ਸੈਂਟਰਲ ਗਵਰਨਮੈਂਟ ਦੀ ਗੱਲ ਕਰ ਰਹੀ ਹਾਂ, ਕਿਉਂਕਿ ਪੰਜਾਬ ਜਿਹੜਾ ਹੈ ਉਸ ਪੂਰੇ ਦੇਸ਼ ਦਾ ਇੱਕ ਹਿੱਸਾ ਹੈ, ਤੇ ਇਸ ਵਕਤ ਜਿਹੜੀ ਸਭ ਤੋਂ ਵੱਧ ਚੁਣੌਤੀਆਂ ਜਿਹੜੀਆਂ ਸਾਨੂੰ ਸਾਹਮਣੇ ਆ ਰਹੀਆਂ, ਉਹ ਜਿਹੜੀ ਸੈਂਟਰ ਦੀ ਭਰਾ ਮਾਰੂ ਹਿੰਦੂਤਵਾ ਨੂੰ ਉੱਪਰ ਲਿਆਉਣ ਦੀ ਤੇ ਐਂਟੀ ਮੁਸਲਿਮ ਜਿਹੜੀਆਂ ਪਾਲਿਸੀਆਂ ਚੱਲ ਰਹੀਆਂ, ਮੈਂ ਉਹਦੀ ਗੱਲ ਕਰ ਰਹੀ ਹਾਂ। ਖੇਤੀ ਕਾਨੂੰਨ ਵੀ ਕੇਂਦਰ ਲੈ ਕੇ ਆਇਆ ਸੀ, ਜਿਹੜਾ ਕੇਂਦਰ ਸਰਕਾਰ ਹੈ, ਜਿਵੇਂ ਨਿਊ ਐਜੂਕੇਸ਼ਨ ਪਾਲਿਸੀ, ਜੋ ਵੀ ਪਾਲਿਸੀ ਹੈ ਉਹ ਕੇਂਦਰ ਸਰਕਾਰ ਬਣਾਉਂਦੀ ਹੈ। ਉਹਦੇ ਵਿੱਚ ਉਹਦਾ ਜਿਹੜਾ ਹੈ ਸਭ ਤੋਂ ਵੱਡਾ ਰੋਲ ਹੈ, ਤੇ ਮੈਂ ਇਸ ਵਕਤ ਸੋਚਦੀ ਹਾਂ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਕੇਂਦਰ ਦੀ ਹੈ, ਰਾਜਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਦੇਣ ਦੀ ਤੇ ਪਾਲਿਸੀ ਬਣਾਉਣ ਦੀ, ਜਿਹਦੇ ਵਿੱਚ ਉਹਦਾ ਧਿਆਨ ਉਸ ਵਕਤ ਵੱਲ ਤੇ ਬਿਲਕੁਲ ਵੀ ਨਹੀਂ ਹੈ। ਜਿਹੜੇ ਅੱਛੇ ਦਿਨ ਸਾਨੂੰ ਪ੍ਰੋਮਿਸ ਕੀਤੇ ਗਏ ਸੀ, ਅਸੀਂ ਤੇ ਭਰਾ ਮਾਰੂ ਜਿਹੜੀ ਲੜਾਈ ਹੈ ਉਹਦੇ ਵਿੱਚ ਝੋਕੇ ਜਾ ਰਹੇ ਹਾਂ, ਤੇ ਤੁਸੀਂ ਛੋਟੀ ਉਮਰ ਦੇ ਹੋ, ਮੈਂ ਵੱਡੀ ਉਮਰ ਦੀ ਹਾਂ, ਇਸ ਕਰਕੇ ਸਾਨੂੰ ਪਤਾ ਹੈ ਕਿ ਪੰਜਾਬ ਨੇ ਜਿਹੜੀ 83-20 ਸਾਲ ਚੱਲੀ ਸੀ, ਉਹ ਵੀ ਪੰਜਾਬ ਦੀ ਦੇਣ ਨਹੀਂ ਸੀ, ਉਹ ਵੀ ਸਾਡੇ ਤੇ ਬਾਹਰੋਂ ਸੈਂਟਰ ਵੱਲੋਂ ਥੋਪੀ ਗਈ ਸੀ। ਨਹੀਂ ਤੇ ਅਸੀਂ ਇੱਥੇ ਹਿੰਦੂ ਸਿੱਖ ਕਦੋਂ ਲੜ ਰਹੇ ਸੀ, ਸਿੱਖ ਤੇ ਈਸਾਈ ਕਦੋਂ ਲੜੇ ਹੈ? ਪੰਜਾਬੀ ਕਿਹੜਾ ਪੰਜਾਬੀ ਕਿਸੇ ਹਿੰਦੂ ਨਾਲ ਲੜਨਾ ਚਾਹੁੰਦਾ? ਹਿੰਦੂ ਜਾਂ ਸਿੱਖ ਨਹੀਂ ਲੜਦੇ। ਇਹ ਸਾਡੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਉਹਦਾ ਅਸੀਂ ਸ਼ਿਕਾਰ ਹੁੰਦੇ ਹਾਂ, ਕਿਉਂਕਿ ਪੰਜਾਬ ਹਮੇਸ਼ਾ ਅੱਗੇ ਵੱਧ ਕੇ। ਇਹਦਾ ਪ੍ਰਚਾਰ ਕੌਣ ਕਰ? ਪ੍ਰਚਾਰ ਤੇ ਦੇਖੋ ਫਿਰ ਹੋ ਜਾਂਦਾ, ਪ੍ਰਚਾਰ ਤੇ ਫਿਰ ਅਸੀਂ ਹੀ ਕਰਨ ਲੱਗ ਪੈਂਦੇ ਹਾਂ, ਜਦੋਂ ਸਾਡੀ ਸੋਚ ਦੇ ਉੱਤੇ ਦੂਸਰੀ ਸੋਚ ਹਾਵੀ ਹੋ ਜਾਂਦੀ ਹੈ, ਜਦੋਂ ਸਾਰਾ ਮੀਡੀਆ ਹਰ ਕੋਈ YouTube ਫਲਾਣਾ ਸਾਡੀ ਸੋਚ ਨੂੰ ਪ੍ਰਭਾਵਿਤ ਕਰ ਦਿੰਦੇ ਆ, ਤੇ ਸਾਡੀ ਸੋਚ ਜਦੋਂ ਪ੍ਰਭਾਵਿਤ ਹੋ ਜਾਂਦੀ ਹੈ ਫਿਰ ਪ੍ਰਚਾਰ ਵੀ ਅਸੀਂ ਆਪ ਹੀ ਕਰਦੇ ਹਾਂ, ਅਸੀਂ ਆਪ ਹੀ ਆਪਣੇ ਖਿਲਾਫ ਭਰਾਮਾਰ ਲੜਾਈ ਵਿੱਚ ਸ਼ਾਮਿਲ ਹੁੰਦੇ ਹਾਂ। ਹੁਣ ਜਿਹੜੇ ਪਿਤਾ ਜੀ ਤੁਹਾਡੀ ਜਿਹੜੀ ਲੈਗੇਸੀ ਸੀ ਉਹਨੂੰ ਕਿਸ ਤਰ੍ਹਾਂ, ਕਿਉਂਕਿ ਸਮਾਜ ਵਿੱਚ ਇੱਕ ਸੁਨੇਹਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਕਿਉਂਕਿ ਹੁਣ ਜਿਹੜਾ OTT ਐਪਸ ਜਾਂ ਉਹ ਦੇਖਦੇ ਹੋ ਤੁਸੀਂ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇੱਕ ਤੁਹਾਡੇ ਫਾਦਰ ਸਾਹਿਬ ਦੀ ਇੱਕ ਸੁਨੇਹਾ ਦੇਣ ਵਾਲੀ ਇੱਕ ਪਾਲਿਸੀ ਸੀ, ਇੱਕ ਸਮਾਜ ਨੂੰ ਸੁਧਾਰਨ ਵਾਲਾ ਇੱਕ ਜਿਹੜਾ ਰਾਹ ਸੀ, ਉਹ ਸ਼ਾਇਦ ਅੱਜ ਕੱਲ੍ਹ OTT ਐਪਸ ਨੇ ਲੈ ਲਿਆ, ਉਹ ਹੈ ਨਾ, ਉੱਧਰ ਧਿਆਨ ਹੋ ਗਿਆ, ਕਿਸੇ ਨੂੰ ਪਤਾ ਹੀ ਨਹੀਂ ਸਟੇਜ ਕਿੱਧਰ ਹੈ ਨਾ, ਸਟੇਜ ਦਾ ਪਲੇ ਕੀ ਹੁੰਦਾ ਹੈ, ਔਰ ਜਿਹੜਾ ਸਮਾਜ ਸੁਧਾਰ ਦੇ ਵਿੱਚ ਪਲੇ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਮੈਸੇਜ ਦਿੱਤਾ ਜਾ ਸਕਦਾ, ਉਹਨਾਂ ਦੀ ਲੈਗੇਸੀ ਨੂੰ ਕਿਸ ਤਰ੍ਹਾਂ ਜਿਹੜਾ ਅੱਗੇ ਤੁਸੀਂ ਵਧਾ ਰਹੇ ਹੋ, ਤੇ ਅੱਗੇ ਜਿਹੜੇ ਐਪਸ ਵਗੈਰਾ ਜਿਸ ਤਰ੍ਹਾਂ ਆ ਰਹੇ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਉਹਨਾਂ ਨੇ ਆਪਣੇ ਸਮੇਂ 'ਚ ਬੜੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਕਹੀ, ਪਰ ਸਮੇਂ ਦੇ ਨਾਲ ਸਾਨੂੰ ਬਦਲਣਾ ਪਏਗਾ, ਕਿਉਂਕਿ ਇਸ ਵਕਤ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਮਾਰਟਫੋਨ ਹੈ ਉਹਦਾ ਜੇ ਨੰਬਰ ਦੇਖੀਏ ਤੇ ਪੂਰੇ ਵਰਲਡ ਵਿੱਚ ਸਭ ਤੋਂ ਜ਼ਿਆਦਾ ਆਪਣੇ ਦੇਸ਼ ਵਿੱਚ ਸਮਾਰਟਫੋਨ ਹੈ, ਤੇ ਉਸ ਤੋਂ ਉੱਪਰ ਇਹ ਵੀ ਮਤਲਬ ਰਿਸਰਚ ਹੋ ਚੁੱਕੀ ਹੈ ਕਿ ਲੋਕ ਕਿੰਨੇ ਘੰਟੇ YouTube ਜਾਂ ਜਿਹੜੇ ਹੈ ਚੈਨਲ ਹੈ ਸੋਸ਼ਲ ਮੀਡੀਆ ਦੇਖਦੇ ਆ। ਬਹੁਤ ਵੱਡਾ ਉਹ ਪ੍ਰਚਾਰ ਦਾ ਸਾਧਨ ਹੈ, ਤੇ ਜਿਹੜੀਆਂ ਹਕੂਮਤੀ ਪਾਰਟੀਆਂ ਜਿਨ੍ਹਾਂ ਕੋਲ ਪੈਸਾ ਹੈ, ਕਿਉਂਕਿ ਦੇਖੋ ਡਰਾਮਾ ਕਰਨਾ ਸੜਕ ਤੇ ਆਸਾਨ ਹੈ, ਤੇ ਇਹ ਪਲੇਟਫਾਰਮਸ ਉੱਤੇ ਕਾਬਜ਼ ਹੋਣਾ ਕੋਈ ਹੋਰ ਚੀਜ਼ ਹੈ, ਇਹਦੇ ਵਿੱਚ ਪੈਸਾ ਇਨਵੈਸਟਮੈਂਟ ਚਾਹੀਦੀ ਹੈ। ਤੇ ਸੋ ਮਤਲਬ ਇਹਦੇ ਵਿੱਚ ਜਿਹੜੀ ਲੋਕ ਵਿਰੋਧੀ ਸ਼ਕਤੀਆਂ ਤੇ ਬਹੁਤ ਤਾਕਤਵਰ ਹੈ, ਸੋ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਤਿਆਰੀ ਕਰਨੀ ਪਏਗੀ। ਜੇ ਅਸੀਂ ਹੱਥ ਤੇ ਹੱਥ ਧਰ ਕੇ ਬੈਠੇ, ਤੁਸੀਂ ਕਿਸ ਤਰ੍ਹਾਂ ਲੈਗੇਸੀ ਫੋਲੋ ਕਰ ਰਹੇ ਹੋ ਆਪਣੇ ਫਾਦਰ? ਦੇਖੋ ਅਸੀਂ ਤੇ, ਮੇਰੇ ਫਾਦਰ ਨਾ ਸਿਰਫ ਇੱਕ ਨਾਟਕਕਾਰ ਸੀਗੇ, ਉਹ ਬਹੁਤ ਸਮਾਜ ਸੁਧਾਰਕ ਤੇ ਪੋਲੀਟੀਕਲ ਐਨਾਲਿਸਟ ਵੀ ਸੀ। ਉਹ ਮਤਲਬ ਪੋਲੀਟਿਕਸ ਜਿਹੜੀ ਸੀਗੀ ਲੋਕਾਂ ਦੀ ਉਹਦੇ ਹੀ ਝੰਡਾ ਬਰਦਾਰ ਸੀਗੇ, ਤੇ ਅਸੀਂ ਵੀ ਸੋਚਦੇ ਹਾਂ ਬਈ, ਮੈਂ ਵੀ ਸੋਚਦੀ ਹਾਂ ਕਿ ਮੈਂ ਉਸ ਪੋਲੀਟਿਕਸ ਜਿਹੜੀ ਲੋਕਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਦੀ ਪੋਲੀਟਿਕਸ ਹੈ, ਜਿਹੜਾ ਝੰਡਾ ਉਹਨਾਂ ਨੇ ਚੁੱਕਿਆ ਸੀ ਉਹਨੂੰ। ਤੁਸੀਂ ਹੁਣ ਐਕਟਿਵ ਪੋਲੀਟਿਕਸ ਵਿੱਚ ਜੇ ਮੰਨ ਲਓ ਤੁਸੀਂ ਕੱਲ੍ਹ ਨੂੰ ਆਉਣ ਦੀ ਲੋੜ ਪੈਂਦੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ, ਚਾਹੇ ਉਹ ਪਿਤਾ ਜੀ ਵਾਲਾ ਜਿਹੜਾ ਹੋਵੇ ਫੰਡਾ ਜਿਹੜਾ ਉਹ ਹੈ, ਚਾਹੇ ਐਕਟਿਵ ਪੋਲੀਟਿਕਸ ਹੈ, ਉਹਦੇ ਵਿੱਚ ਆਉਣ ਨੂੰ ਕੱਲ੍ਹ ਨੂੰ ਤੁਹਾਨੂੰ ਲੱਗਦਾ ਵੀ ਆਉਣ ਦੀ ਜ਼ਰੂਰਤ ਹੈ ਜਾਂ ਉਹ ਕੁਝ ਕਰਨ ਦੀ ਜ਼ਰੂਰਤ ਹੈ? ਦੇਖੋ ਐਕਟਿਵ ਪੋਲੀਟਿਕਸ ਸਿਰਫ ਇਲੈਕਸ਼ਨ ਲੜਨ ਦੀ ਹੀ ਪੋਲੀਟਿਕਸ ਨਹੀਂ ਹੈ। ਕਈ ਫੋਰਮ ਨੇ, ਜਿਵੇਂ ਅੱਜ ਇੱਥੇ ਜੇ ਬੰਦੇ ਇਕੱਠੇ ਹੋਏ ਹੈ, ਕਈ ਹੋਰ ਜਗ੍ਹਾ ਹੁੰਦੇ ਹੈ, ਤੇ ਅਸੀਂ ਹਰ ਜਗ੍ਹਾ ਚਾਹੇ ਲਿਖ ਕੇ, ਚਾਹੇ ਅਖਬਾਰ ਵਿੱਚ ਲਿਖ ਕੇ, ਚਾਹੇ ਆਰਟੀਕਲ ਲਿਖ ਕੇ, ਚਾਹੇ ਬੋਲ ਕੇ,
ਉਸ ਤਰ੍ਹਾਂ ਦੀ ਪੋਲਿਟਿਕਸ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ। ਮੈਸੇਜ ਕੀ ਦੇਣਾ ਚਾਹੋਗੇ ਅੱਜ ਕੱਲ ਦੇ ਨੌਜਵਾਨਾਂ ਨੂੰ, ਅੱਜ ਕੱਲ ਦੀ ਜਨਤਾ ਨੂੰ? ਇਹੀ ਮੈਸੇਜ ਦੇਣਾ ਚਾਹਾਂਗੀ ਕਿ ਸਭ ਤੋਂ ਪਹਿਲੇ ਹਿੰਦੁਸਤਾਨ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਹੈ ਉਹ ਧਰਮ ਆਧਾਰਿਤ ਪੋਲਿਟਿਕਸ ਤੋਂ ਹੈ। ਉਹਦੇ ਤੋਂ ਬਚੋ। ਕਦੀ ਵੀ ਅਸੀਂ 47 ਭੋਗਿਆ, ਅਸੀਂ 84 ਭੋਗਿਆ, ਉਸ ਤੋਂ ਬਚੋ। ਉਸ ਤੋਂ ਬਾਅਦ ਆਪਣੀਆਂ ਦੇਖੋ ਕਿ ਤੁਹਾਨੂੰ ਕੀ ਕਮੀਆਂ ਹੈ, ਰੋਜ਼ਗਾਰ ਹੈ, ਅੱਛੀ ਸਿੱਖਿਆ, ਅੱਛੀ ਸਿਹਤ ਸੇਵਾਵਾਂ, ਇਹਦੇ ਵਾਸਤੇ ਲੜੋ। ਸਭ ਤੋਂ ਪਹਿਲੇ ਇਹਨੂੰ ਤਿਆਗੋ, ਭੁੱਲ ਜਾਓ ਕਿ ਕਿਸੇ ਦਾ ਕੀ ਧਰਮ ਹੈ। ਤੁਹਾਡੇ ਗੁਆਂਢੀ ਦਾ ਧਰਮ ਵਾਲੀ ਲੜਾਈ ਕਦੀ ਵੀ ਕਿਸੇ ਨੂੰ ਕਿਧਰੇ ਨਹੀਂ ਲੈ ਕੇ ਜਾਏਗੀ। ਸੋ ਇਹ ਸਨ ਜੀ ਡਾਕਟਰ ਰੀਤ, ਜੋ ਕਿ ਭਾਜੀ ਗੁਰਸ਼ਰਨ ਸਿੰਘ ਯਾਨੀ ਕਿ ਭਾਈ ਮੰਨਾ ਸਿੰਘ ਜੀ ਦੇ ਬੇਟੀ ਨੇ, ਔਰ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਜਿਹੜੀ ਧਰਮ ਤੇ ਆਧਾਰਿਤ ਪੋਲਿਟਿਕਸ ਹੈ ਉਹ ਪੰਜਾਬ ਸਮੇਤ ਪੂਰੇ ਭਾਰਤ ਦੇ ਉੱਤੇ ਹਾਵੀ ਹੋ ਰਹੀ ਹੈ, ਔਰ ਉਹਦਾ ਜਿਹੜਾ ਹੈ ਉਹਦਾ ਖਮਿਆਜਾ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਵੱਡੇ ਤੌਰ ਤੇ ਜਿਹੜੀ ਹੈ ਭਾਰਤ ਦੀ ਜਨਤਾ ਨੂੰ ਭੁਗਤਣਾ ਪਏਗਾ, ਜਿਸ ਤੋਂ ਕਿ ਬਾਹਰ ਨਿਕਲ ਕੇ ਹੀ ਅਸੀਂ ਆਪਣੀ ਸੋਚ ਨੂੰ ਉਸਾਰੂ ਬਣਾ ਸਕਦੇ ਹਾਂ ਤੇ ਪੰਜਾਬ ਨੂੰ ਅਤੇ ਪੂਰੇ ਭਾਰਤ ਨੂੰ ਜਿਹੜਾ ਹੈ ਉਹ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕਦੇ ਹਾਂ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਪੰਜਾਬ KTV ਲਈ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।